ਸੁਖਬੀਰ ਬਾਦਲ ਨੂੰ ਮੈਂ ਇੱਕ ਸਿੱਧੀ ਗੱਲ ਕਹਿਣਾ, ਮੈਂ ਅੱਜ ਉਹਦੀ ਪਾਰਟੀ ਜੁਆਇਨ ਕਰਦਾ ਸੁਖਬੀਰ ਬਾਦਲ ਦੀ। ਉਹ ਆਪਣੀ ਸਾਰੀਆਂ ਪ੍ਰਾਪਰਟੀਆਂ ਵੇਚ ਕੇ ਟਰਸਟ ਚ ਪਾ ਦੇ ਜੀ, ਇੱਕ ਟਰਸਟ ਚ ਪਾ ਦੇ। ਮੈਂ ਇਹਨਾਂ ਨੂੰ ਰਨ ਨਹੀਂ ਕਰੂੰਗਾ, ਨਵੀਂ ਪ੍ਰਾਪਰਟੀ ਖਰੀਦੂੰਗਾ ਨਹੀਂ, ਆਹ ਲਿਸਟ ਹੈ। ਔਰ ਮੈਂ ਕੋਈ ਬਿਜ਼ਨਸ ਨਹੀਂ ਚਲਾਉਂਗਾ। ਮੈਂ ਅੱਜ ਉਹਦਾ ਮਰੀਜ਼ ਬਣ ਕੇ ਮੈਨੂੰ ਜਿੱਥੇ ਮਰਜੀ ਵਰਤ ਲੈ ਜੀ। ਕੀ ਉਹ ਕਰਨ ਨੂੰ ਤਿਆਰ ਹੈ? ਸਵਾਲ ਹੀ ਪੈਦਾ ਨਹੀਂ ਹੁੰਦਾ। ਕੀ ਇਹਨਾਂ ਚੋਂ ਕੋਈ ਵੀ ਤਿਆਰ ਹੈ ਕਰਨ ਨੂੰ? ਕਿ ਮੈਂ ਵਿਦੇਸ਼ਾਂ ਤੋਂ ਜਿਹੜੇ ਬੰਦੇ ਆ ਕੇ ਮੇਰੇ ਘਰ ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਦੇ ਵੀਜ਼ੇ ਕਰਕੇ ਮੈਨੂੰ ਸੈਂਟਰ ਛੁਰੀ ਰੱਖਦਾ ਮੇਰੇ ਗਲੇ ਤੇ, ਮੈਂ ਉਸ ਬੰਦੇ ਨੂੰ ਵਾਪਸ ਨਹੀਂ ਬੁਲਾਉਂਗਾ। ਹੁਣ ਤਾਂ ਭਜਾਤਾ ਹੈ, ਪਰ ਮੈਂ ਉਸ ਬੰਦੇ ਨੂੰ ਵਾਪਸ ਨਹੀਂ ਬੁਲਾਉਂਗਾ ਜਦ ਮੈਂ ਰੀਇਲੈਕਟ ਹੋ ਗਿਆ। ਕੀ ਸਿੱਧੂ ਕਹੇਗਾ ਮੈਂ ਨਾਟਕਬਾਜ਼ੀ ਨਹੀਂ ਕਰੂੰਗਾ ਬੰਬੇ ਜਾ ਕੇ ਮਿਨਿਸਟਰ ਬਣ ਕੇ? ਕਹਿਣ ਨੂੰ ਤਿਆਰ ਹੈ। ਉੱਥੇ ਜਿਹੜਾ ਸਿੱਖਾਂ ਦਾ ਮਜ਼ਾਕ ਉਡਾਉਂਦਾ ਹੈ ਹੱਸ ਹੱਸ ਕੇ, ਉਹ ਇਹਦਾ ਜੋਕਰ ਬਣਾ ਕੇ ਇਹਨੂੰ ਪੈਸੇ ਦਿੰਦੇ ਹੈ। ਕਿਉਂ ਬੰਬੇ ਜੋਕਰ ਬਣਾਉਂਦਾ ਸਿੱਖਾਂ ਦਾ? ਮੈਨੂੰ ਕਿਉਂ ਨਹੀਂ ਬੁਲਾ ਲੈਂਦੇ? ਮੇਰੀ ਚਿੱਟੀ ਦਾੜੀ ਹੈ, ਸ਼ਕਲ ਤਾਂ ਮਾੜੀ ਨਹੀਂ, ਕਿਉਂਕਿ ਮੈਂ ਸਿਆਣੀ ਗੱਲ ਕਰਨ ਜਾਊਂਗਾ, ਮੈਂ ਹੱਸਣ ਥੋੜੀ ਜਾਊਂਗਾ। ਚੀਫ ਮਿਨਿਸਟਰ ਜਿਹੜਾ ਉੱਤਰਾਖੰਡ ਦਾ ਕਹਿੰਦਾ ਜੀ ਵਾਇਰਸ ਦਾ ਮਿੱਤਰ ਹੁੰਦਾ ਹੈ, ਵਾਇਰਸ ਵੀ ਇੱਕ ਮਿੱਤਰ ਹੈ ਸਾਡਾ, ਭਾਈ ਲੈ ਲੈ ਫਿਰ ਆਪਣੇ ਘਰ ਰੱਖ ਲੈ ਇਹਨੂੰ ਵਾਇਰਸ ਨੂੰ। ਪ੍ਰਸ਼ਾਂਤ ਕਿਸ਼ੋਰ ਨੇ ਠੀਕ ਕਿਹਾ, ਕਹਿੰਦਾ ਇਹ ਬੜੇ ਇਹਨਾਂ ਨੂੰ ਤੁਸੀਂ ਬਹੁਤ ਦੂਰ ਅੰਦੇਸ਼ ਗਿੰਦੇ ਹੋ। ਇਹ ਰੇਲ ਗੱਡੀ ਦਾ ਇੰਜਨ ਹੈ, ਇਹ ਜਦ ਇੰਜਨ ਇੱਕ ਪਾਸੇ ਚੱਲ ਪੈਂਦਾ ਨਾ ਬੀਜੇਪੀ ਦਾ, ਜੇ ਅੱਗੇ ਰੋੜੇ ਆ ਜਾਣ ਫਿਰ ਲੀ ਤੋਂ ਲੈ ਜਾਂਦਾ। ਇਹ ਮੋਟਰ ਕਾਰ ਨਹੀਂ ਹੈ, ਤਾਂ ਇਸ ਕਰਕੇ ਇਹਨਾਂ ਤੋਂ ਡਰੋ ਨਾ। ਉਹਨੇ ਕਰਕੇ ਵੀ ਦਿਖਾਤਾ, ਵੈਸਟ ਬੰਗਾਲ ਚ ਹੋ ਗਿਆ ਇੰਜਨ ਇਹਨਾਂ ਦਾ। ਦੇਸ਼ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਭਾਰਤ ਦੇ ਸਾਬਕਾ ਸਫੀਰ ਸਰਦਾਰ ਕੇਸੀ ਸਿੰਘ। ਸਰਦਾਰ ਸਾਹਿਬ ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਖੁਸ਼ੀ ਹੈ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਦੇਸ਼ ਦੇ ਵਿੱਚ ਕਰੋਨਾ ਦੀ ਮਾਰ ਝੱਲੀ ਨਹੀਂ ਜਾ ਰਹੀ, ਜਨ ਸਧਾਰਨ ਤੋਂ ਲੈ ਕੇ VVIPs ਤੱਕ ਰੁਖਸਤ ਹੋ ਰਹੇ ਆ। ਮੈਂ ਇਹ ਪੁੱਛਣਾ ਹੈ ਕਿ ਇਸ ਮੌਕੇ ਤੇ ਦੇਸ਼ ਦੀ ਸਭ ਤੋਂ ਚਰਚਿਤ ਜੋੜੀ ਅਮਿਤ ਸ਼ਾਹ ਨਰਿੰਦਰ ਮੋਦੀ ਗੈਰ ਹਾਜ਼ਰ ਨੇ ਸੀਨ ਦੇ ਵਿੱਚੋਂ। ਦੂਜੇ ਬੰਨੇ ਸੋਨੀਆ ਗਾਂਧੀ ਬਹੁਤ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਸਰਕਾਰ ਦੇ ਖਿਲਾਫ ਹੱਲਾ ਬੋਲਤੇ ਨੇ। ਲਾਸ਼ਾਂ ਤੈਰ ਰਹੀਆਂ ਨੇ ਉਹਨਾਂ ਨਦੀਆਂ 'ਚ ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ, ਤੇ ਪੰਜਾਬ ਦੇ ਵਿੱਚ ਸੱਤਾ ਦੇ ਅੰਦਰ ਇੱਕ ਕੁਰਬਲਾਹਟ ਹੈ, ਇੱਕ ਤਲਖੀ ਹੈ। ਇਹਨਾਂ ਸਾਰੇ ਘਟਨਾਕ੍ਰਮਾਂ ਨੂੰ ਤੁਸੀਂ ਨੇੜਿਓਂ ਦੇਖਦੇ ਹੋ ਔਰ ਤੁਹਾਡੇ ਰਿਸ਼ਤੇ ਨਾਤੇ ਸਿਖਰਲੇ ਸੱਤਾ ਨਾਲ ਨੇ। ਮੈਨੂੰ ਦੱਸਿਓ ਕਿ ਇਹ ਦ੍ਰਿਸ਼ਟੀਕੋਣ ਕੀ ਹੈ, ਇਹਦੇ ਤੇ ਤੁਹਾਡੀ ਟਿੱਪਣੀ ਕੀ ਹੈ? ਦੇਖੋ, ਇਹ ਕਹਾਣੀ ਚੱਲਦੀ ਹੈ ਪਿਛਲੇ ਸਾਲ ਤੋਂ, ਜਦ ਤੋਂ ਮਹਾਮਾਰੀ ਸ਼ੁਰੂ ਹੋਈ ਹੈ। ਪਿਛਲੇ ਸਾਲ ਫਰਵਰੀ 'ਚ ਟਰੰਪ ਇੱਥੇ ਆਏ, ਉਦੋਂ ਐਕਚੁਅਲੀ ਸਰਕਾਰ ਤੇ ਟਰੰਪ ਦੇ ਬਿਲਕੁਲ ਦਿਮਾਗ 'ਚ ਨਹੀਂ ਸੀ, ਜਦਕਿ ਇਹ ਮਹਾਮਾਰੀ ਯੂਰਪ 'ਚ ਚੱਲ ਚੁੱਕੀ ਸੀ। ਉਦੋਂ ਇਹਨਾਂ ਨੇ ਬਿਲਕੁਲ ਪਰਵਾਹ ਨਹੀਂ ਕੀਤੀ। ਵੱਡੀਆਂ ਵੱਡੀਆਂ ਮੀਟਿੰਗਸ ਕੀਤੀਆਂ ਟਰੰਪ ਦੇ ਨਾਲ। ਟਰੰਪ ਤੇ ਕੀ ਨਤੀਜਾ ਹੋਇਆ ਤਾਂ ਉਹ ਸਾਨੂੰ ਪਤਾ ਹੈ, ਕਿਉਂਕਿ ਉਹ ਵਾਪਸ ਜਾ ਕੇ ਉਹਨੇ ਹੋਰ ਪਰਵਾਹ ਨਹੀਂ ਕੀਤੀ। ਅਮਰੀਕਾ ਦੇ ਵਿੱਚ 17-18 ਮਿਲੀਅਨ ਬੰਦੇ ਬਿਮਾਰ ਹੋ ਗਏ ਨੇ, 6-7 ਲੱਖ ਬੰਦਾ ਉੱਥੇ ਮਰ ਚੁੱਕਿਆ। ਸੋ ਇਸ ਕਰਕੇ ਉਸੇ ਕਰਕੇ ਟਰੰਪ ਹਾਰਿਆ। ਔਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਦੁਨੀਆ ਦੇ 4 ਵੱਡੇ ਸੱਜੂ ਪਾਸੇ ਦੇ ਜਿਹੜੇ ਲੀਡਰ ਨੇ, ਟਰੰਪ, ਉਹਨੂੰ ਬਿਮਾਰੀ ਵੀ ਹੋਈ, ਇਲੈਕਸ਼ਨ ਵੀ ਹਾਰਿਆ। ਬੋਲਸੋਨਾਰੋ ਬ੍ਰਾਜ਼ੀਲ ਦੇ ਵਿੱਚ, ਉਹ ਵੀ ਕਹਿੰਦਾ ਨਹੀਂ ਇਹ ਬਿਮਾਰੀ ਦਾ ਕੋਈ ਅਸਰ ਨਹੀਂ ਹੈ। ਬੋਰਿਸ ਜੌਨਸਨ ਜਿਹੜਾ ਇੰਗਲੈਂਡ 'ਚ ਹੈ, ਉਹ ਵੀ ਬਿਮਾਰ ਹੋਇਆ ਖੁਦ, ਉਹਦੇ ਬਾਅਦ ਸਿੱਧਾ ਹੋਇਆ। ਔਰ ਹਿੰਦੁਸਤਾਨ ਵਿੱਚ ਮੋਦੀ ਜੀ। ਕਿ ਇਹ ਤਿੰਨੋਂ ਜਿਹੜੇ ਸੱਜੂ ਪਾਸੇ ਦੇ ਲੀਡਰ ਨੇ, ਇਹ ਨਾ ਸਫਲ ਕਿਉਂ ਰਹੇ ਇਸ 'ਚ? ਕਿਉਂਕਿ ਇਹਨਾਂ ਨੇ ਸਾਇੰਸ ਦੀ ਗੱਲ ਨਹੀਂ ਮੰਨਣੀ, ਮੈਡੀਕਲ ਦੀ ਨਹੀਂ ਮੰਨਣੀ, ਇਹਨਾਂ ਨੇ ਰਾਜਨੀਤੀ ਅੱਗੇ ਰੱਖਣੀ ਹੈ। ਇਹਨਾਂ ਲਈ ਰਾਜਨੀਤੀ ਜ਼ਰੂਰੀ ਹੈ। ਸੋ ਉਹ ਰਾਜਨੀਤੀ ਸ਼ੁਰੂ ਤੋਂ ਹੀ ਨਜ਼ਰ ਆ ਗਈ ਸੀ ਜਦ 12 ਮਾਰਚ ਪਿਛਲੇ ਸਾਲ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਹਿ ਦਿੱਤਾ ਕਿ ਪੈਂਡੇਮਿਕ ਹੋ ਗਿਆ, ਇਹ ਸਾਰੀ ਦੁਨੀਆ 'ਚ ਫੈਲ ਗਈ ਹੈ। ਇਹ 15 ਦਿਨ ਇੰਤਜ਼ਾਰ ਕਰਦਾ ਰਹੇ, 13 ਦਿਨ। ਇਹਨਾਂ ਨੇ 25 ਜਾਂ 27 ਤਰੀਕ ਨੂੰ ਇਹਨਾਂ ਨੇ ਲਾਕਡਾਊਨ ਕੀਤਾ, ਕਿਉਂਕਿ 15 ਦਿਨ ਇਹ ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਸਿੱਟਣ ਲੱਗੇ ਹੋਏ ਸੀ। ਕਿਉਂਕਿ ਜੇ ਲਾਕਡਾਊਨ ਇੱਕਦਮ ਕਰ ਦਿੰਦੇ, ਜਿਹੜੇ ਵਿਚਾਰੇ ਵਰਕਰ ਸੀਗੇ ਅਬੜਾ ਦਬੜੀ 'ਚ ਬਾਅਦ 'ਚ ਭੱਜੇ, ਉਹ ਹਫ਼ਤੇ 'ਚ ਆਰਾਮ ਨਾਲ ਗੱਡੀਆਂ ਚੜ੍ਹ ਕੇ ਆਪਣੇ ਪਿੰਡ ਚਲੇ ਜਾਂਦੇ। ਬੱਚੇ ਵਿਚਾਰੇ ਸੂਟਕੇਸ ਤੱਕ ਰਹੇ ਹੈ, ਸੂਟ ਦੇ ਮਾਂ ਨੇ ਗੋਦੀ ਚੱਕੇ ਹੋਏ ਹੈ। ਉਹ ਸਾਰਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਸੀ, ਕਿਉਂਕਿ ਰਾਜਨੀਤੀ ਰਾਜਨੀਤੀ ਰਾਜਨੀਤੀ, ਔਰ ਉਹੀ ਚੱਲਦੀ ਆ ਰਹੀ ਹੈ। ਫਿਰ ਇਹਨਾਂ ਨੇ 2 ਮਹੀਨੇ ਬੰਦ ਰੱਖਿਆ। 1 ਜੂਨ ਨੂੰ ਹਿੰਦੁਸਤਾਨ ਖੁੱਲਦਾ ਹੈ। ਫਿਰ ਮੱਲਮ ਲਗਾਉਣ ਦੀ ਜਗ੍ਹਾ, ਇਹ ਸੋਚਣ ਦੀ ਜਗ੍ਹਾ ਕਿ ਜਦ ਅਮਰੀਕਾ 'ਚ ਕੇਸ ਹਲੇ ਵੀ ਵੱਧਦੇ ਜਾ ਰਹੇ ਨੇ, ਹਿੰਦੁਸਤਾਨ 'ਚ ਮਹਾਮਾਰੀ ਕਿਵੇਂ ਭੱਜੇਗੀ? ਸਾਡੇ ਤਾਂ ਗਰੀਬ ਨੇ, ਸਾਡੇ ਇੱਥੇ ਹਸਪੀਟਲ ਨਹੀਂ ਹੈ। ਉਸ ਵੇਲੇ ਇਹਨਾਂ ਦਾ ਨੰਬਰ 1 ਏਜੰਡਾ ਕੀ ਹੋ ਗਿਆ? ਅਸੀਂ ਹੁਣ ਕਾਨੂੰਨ ਪਾਸ ਕਰ ਦਈਏ, ਫਾਰਮ ਲਾਅ। ਸਤੰਬਰ 'ਚ ਇੱਕਦਮ ਪਾਰਲੀਮੈਂਟ ਨੂੰ ਬੁਲਾ ਕੇ 10 ਦਿਨਾਂ ਦੇ ਅੰਦਰ ਆਪੋਜੀਸ਼ਨ ਦੇ ਗਲੇ 'ਚ ਅੰਦਰ ਠੋਕ ਦਿੱਤੇ ਹੋ
ਪਹਿਲਾਂ ਲੋਕ ਸਭਾ, ਫਿਰ ਰਾਜ ਸਭਾ, ਫਿਰ ਪ੍ਰੈਜ਼ੀਡੈਂਟ ਦਾ ਠੱਪਾ ਉਹਦੇ ਤੇ, ਜਿਸ ਤਰੀਕੇ ਨਾਲ ਉਹ ਪਾਸ ਕੀਤੇ ਗਏ, ਫਿਰ ਇਹ ਕਹਿੰਦੇ ਨਹੀਂ ਜੀ ਇਹ ਸਾਡਾ ਅਤਵਾਰ ਨਹੀਂ ਕਰਦੇ, ਕਿਸਾਨ ਸਾਡਾ ਅਤਵਾਰ ਕਿਸ ਗੱਲ ਕੇ ਕਰਨ? ਜੇ ਤੁਸੀਂ ਕਿਸੇ ਦੀ ਸਲਾਹ ਲਈ ਹੋਵੇ, ਕਿਸੇ ਨਾਲ ਬੈਠ ਕੇ, ਆਪੋਜੀਸ਼ਨ ਜਦ ਲਾਅ ਪਾਸ ਹੁੰਦਾ ਪਾਰਲੀਮੈਂਟ ਦੇ ਵਿੱਚ, ਉਹਨਾਂ ਦੀ ਕਮੇਟੀਆਂ 'ਚ ਜਾਂਦਾ ਹੈ, ਕਮੇਟੀਆਂ 'ਚ ਬਹਿਸ ਹੁੰਦੀ ਹੈ, ਉਹਦੇ 'ਚ ਆਪੋਜੀਸ਼ਨ ਕਹਿੰਦੀ ਹੈ ਇਹਦੇ 'ਚ ਆਹ ਬਦਲ ਲਓ, ਆਹ ਠੀਕ ਨਹੀਂ ਹੈ, ਭਾਵੇਂ ਤੁਸੀਂ ਉਹੀ ਕਰੋ ਜਿਹੜਾ ਕਰਨਾ ਹੈ, ਕਮ ਸੇ ਕਮ ਸਲਾਹ ਤਾਂ ਲਓ, ਕਮ ਸੇ ਕਮ ਗੱਲ ਤਾਂ ਸੁਣ ਲਓ ਦੂਜੇ ਬੰਦੇ ਦੀ। ਇਹਨਾਂ ਨੇ ਸੋਚਿਆ ਆਹ ਮਹਾਮਾਰੀ ਤੋਂ ਡਰਦੇ ਹੋਏ ਕਿਸਾਨ ਉੱਠ ਨਹੀਂ ਸਕਣਗੇ, ਇਸ ਵੇਲੇ ਕਿਸਾਨ ਗਿਰਿਆ ਹੋਇਆ, ਫਸਲ ਕੱਟ ਕੇ ਥੋੜਾ ਜਿਹਾ ਬੈਠਾ, ਇਹਨੂੰ ਹੁਣ ਨੱਪ ਲਓ, ਇਹਨੂੰ ਦੱਬ ਲਓ। ਐਸੇ ਵੇਲੇ ਜਿਹੜੇ ਕਾਨੂੰਨ, ਜਿਹੜੇ ਵੱਡੇ ਵੱਡੇ ਕੰਪਨੀਆਂ ਨੂੰ ਫਾਇਦਾ ਪਹੁੰਚੇਗਾ ਜਿਹਦਾ, ਉਹ ਇੱਕਦਮ ਇਹਨਾਂ ਦੇ ਗਲੇ ਪਾ ਦਈਏ। ਉੱਥੋਂ ਫਿਰ ਅੰਦੋਲਨ ਸ਼ੁਰੂ ਹੋ ਗਿਆ। ਉਹ ਅੰਦੋਲਨ ਚੱਲਦਾ ਰਿਹਾ ਅਖੀਰ ਦੇ ਸਾਲ ਤਾਈਂ। ਜਦ ਆਹ ਸਾਲ ਸ਼ੁਰੂ ਹੋਇਆ, ਕੀ ਹੋਇਆ? ਫਰਵਰੀ 'ਚ ਇਹਨਾਂ ਨੇ ਮੀਟਿੰਗ ਕੀਤੀ ਆਪਣੇ ਬੀਜੇਪੀ ਦੇ ਵੱਡੇ ਨੇਤਾਂ ਦੀ। ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤੀ, ਦੋ ਗੱਲਾਂ ਕਹੀਆਂ। ਮੋਦੀ ਜੀ ਨੇ ਕੋਵਿਡ ਦੀ ਪਿੱਠ ਤੋੜਤੀ, ਸਾਰੀ ਦੁਨੀਆ ਨੇ ਦੇਖ ਲਿਆ ਕਿ ਅਸੀਂ ਕਿੰਨੀ ਵੱਡੀ ਲੜਾਈ ਲੜੀ ਹੈ ਮੋਦੀ ਜੀ ਨੇ। ਔਰ ਦੂਜਾ, ਜਿਹੜੇ ਇਹ ਕਿਸਾਨਾਂ ਦੇ ਕਾਨੂੰਨ ਹੈ, ਇਹ ਸਾਰਿਆਂ ਤੋਂ ਵਧੀਆ ਨੇ, ਇਹ ਕੋਈ ਸਮਝ ਨਹੀਂ ਸਕਿਆ। ਅਸੀਂ ਹੁਣ ਇਹ 5 ਸਟੇਟਾਂ 'ਚ ਇਲੈਕਸ਼ਨ ਲੜਨੀਆਂ, ਜਾ ਕੇ ਅਸੀਂ ਦਿਖਾ ਦਾਂਗੇ ਕਿਵੇਂ ਸਫਲ ਹੁੰਦੇ ਆ। ਇਹ ਫਰਵਰੀ 'ਚ ਇਹਨਾਂ ਨੇ ਪਾਸ ਕੀਤਾ, ਜਦ ਕਿ ਉਹਦੀ ਦੂਜੀ ਤੀਜੀ ਲਹਿਰ ਆ ਚੁੱਕੀ ਸੀ, ਜਦ ਨਜ਼ਰ ਆ ਰਿਹਾ ਸੀ ਕਿ ਇੱਥੇ ਵੀ ਦੂਜੀ ਲਹਿਰ ਆ ਸਕਦੀ ਹੈ। ਔਰ ਫਿਰ ਇਹਨਾਂ ਨੇ ਦੋ ਗਲਤੀਆਂ ਹੋਰ ਕੀਤੀਆਂ। ਕੁੰਭ ਮੇਲਾ, ਜਿਹੜਾ ਕਿ ਹਾਲਾਂਕਿ ਅਗਲੇ ਸਾਲ ਸੀਗਾ ਅਪ੍ਰੈਲ 'ਚ, ਉਹਨੂੰ ਇਹਨਾਂ ਦੀ ਹੁਣ ਇੰਨੀ ਬੜੀ ਪਹੁੰਚ ਹੈ, ਜਿੰਨੇ ਇਹਨਾਂ ਦੇ ਪੰਡਤ ਤਬਕਾ ਹੈਗਾ, ਇਹਨਾਂ ਦੀ ਪੂਰੀ ਪਹੁੰਚ ਹੈ RSS ਦੀ। ਉਹਨਾਂ ਨੇ 1 ਸਾਲ ਪਹਿਲਾਂ ਕਰ ਲਿਆ ਕਿ ਨਹੀਂ ਜੀ, ਇਹ ਪੰਡਤ ਕਹਿ ਰਹੇ ਆ ਜੀ ਇਹਦੇ 'ਚ ਕੋਈ ਦੋ ਰਾਇਆਂ ਹੈਗੀਆਂ। ਕਿਉਂ 1 ਸਾਲ ਪਹਿਲਾਂ ਕੀਤਾ? ਕਿਉਂਕਿ ਉਹ ਜੇ ਅਗਲੇ ਸਾਲ ਅਪ੍ਰੈਲ 'ਚ ਹੁੰਦਾ, ਯੂਪੀ ਦੀ ਇਲੈਕਸ਼ਨ ਅਗਲੇ ਸਾਲ ਫਰਵਰੀ 'ਚ ਹੈ। ਇਹ ਚਾਹੁੰਦੇ ਸੀ ਕੁੰਭ ਨੂੰ ਇਲੈਕਸ਼ਨ ਤੋਂ ਪਹਿਲਾਂ ਕਰਕੇ ਅਸੀਂ ਇੰਨੇ ਬੰਦੇ ਧਰਮ ਦੇ ਉੱਤੇ ਨਾਂ ਤੇ ਇਕੱਠੇ ਕਰਕੇ ਕਿ 1 ਕਰੋੜ ਬੰਦਾ ਅਸੀਂ ਨਵਾਤਾ, ਉਹਦਾ ਇਸ਼ਨਾਨ ਅਸੀਂ ਇਹਨਾਂ ਦਾ ਕਰਵਾ ਦਈਏ ਤੇ ਉਹਦਾ ਫਾਇਦਾ ਅਸੀਂ ਯੂਪੀ ਦੀ ਇਲੈਕਸ਼ਨ 'ਚ ਉਠਾਵਾਂਗੇ। ਦੂਜਾ, ਇਹਨਾਂ ਨੇ ਇਲੈਕਸ਼ਨ ਕਮਿਸ਼ਨ ਜਿਹੜਾ ਇਹਨਾਂ ਦੇ ਹੱਥ 'ਚ ਖਿਲਾਉਣਾ ਹੈ, ਉਹਦੇ ਤੋਂ ਇਲੈਕਸ਼ਨਾਂ ਡਿਕਲੇਅਰ ਕਰਤੀਆਂ। 8 ਸੈਗਮੈਂਟ ਵੈਸਟ ਬੰਗਾਲ ਦੀ, ਜਿਹਦੀ ਆਬਾਦੀ ਤਾਮਿਲਨਾਡੂ ਦੇ ਬਰਾਬਰ ਹੈ। ਤਾਮਿਲਨਾਡੂ ਦੀ ਤੁਸੀਂ 1-2 ਦਿਨ 'ਚ ਇਲੈਕਸ਼ਨ ਕਰਾ ਸਕਦੇ ਹੋ, ਤੇ ਵੈਸਟ ਬੰਗਾਲ ਦੇ 'ਚ 8 ਦਿਨਾਂ 'ਚ 8-12 'ਚ ਕਰਾਉਂਗੇ। ਉਹਨੂੰ ਕੱਟ ਕੇ, ਜਿਵੇਂ ਕੇਕ ਕੱਟਣਾ ਹੁੰਦਾ ਹੈ, ਕਿਉਂਕਿ ਮੋਦੀ ਅਮਿਤ ਸ਼ਾਹ ਚਾਹੁੰਦੇ ਸੀਗੇ ਇੱਕ ਸ਼ਹਿਰ ਨੂੰ, ਇੱਕ ਡਿਸਟ੍ਰਿਕਟ ਨੂੰ 3 ਹਿੱਸਿਆਂ 'ਚ ਕੱਟ ਕੇ ਇਲੈਕਸ਼ਨ ਕਰਾਈ। ਖਲਵਾੜ ਬਣਾ ਦਿੱਤਾ ਤੁਸੀਂ ਇਲੈਕਸ਼ਨ ਦਾ। ਸੋ ਉਹਦੇ 'ਚ ਫਿਰ ਜਿਹੜੇ ਬੰਦੇ, ਫਿਰ ਮੋਦੀ ਜੀ ਉੱਥੇ ਦੇਖੋ ਅੱਜ ਇੰਨੇ ਲੱਖ ਬੰਦੇ ਆ ਇੱਥੇ ਇਕੱਠੇ ਹੋਏ, ਇੱਕ ਵਾਰ ਵੀ ਨਹੀਂ ਕਿਹਾ ਭਾਈ ਨੱਕ ਮੂੰਹ ਢੱਕ ਲਓ, ਛੋਟੀਆਂ ਮੀਟਿੰਗਾਂ ਕਰ ਲਓ, ਇਹ ਫੈਲ ਜਾਏਗਾ। ਨਹੀਂ ਜੀ, ਕੁੰਭ ਦੇ ਨਾਲ ਤਾਂ ਫੈਲ ਹੀ ਨਹੀਂ ਸਕਦਾ। ਅੱਜ ਜਿਹੜੀਆਂ ਲਾਸ਼ਾਂ ਤੁਹਾਨੂੰ ਯੂਪੀ 'ਚ ਮਿਲ ਰਹੀਆਂ, ਜਿਹੜੇ ਮੋਦੀ ਜੀ ਦਾ ਵਾਰਾਣਸੀ ਇਲੈਕਸ਼ਨ ਲੜਨ ਗਏ ਸੀ, ਮੈਨੂੰ ਗੰਗਾ ਮਾਂ ਨੇ ਬੁਲਾਇਆ, ਉਹ ਗੰਗਾ ਮਾਂ 'ਚ ਅੱਜ ਲਾਸ਼ਾਂ ਲੋਕਾਂ ਦੀਆਂ ਜਲ ਪ੍ਰਵਾਹ ਹੋ ਰਹੀਆਂ। ਕੀ ਦੁਨੀਆ ਸੋਚੇਗੀ ਤੁਹਾਡੇ ਬਾਰੇ? ਤੁਸੀਂ ਕਿਸ ਤਰ੍ਹਾਂ ਦੀ ਤਾਕਤ ਹੋ ਕਿ ਤੁਹਾਡੇ ਬੰਦਿਆਂ ਕੋਲ ਉਹਨਾਂ ਨੂੰ ਲਾਸਟ ਆਪਣੀ ਗੁੱਡ ਬਾਏ ਕਰਨ ਦੇ ਵੀ ਪੈਸੇ ਨਹੀਂ, ਉਹਨਾਂ ਨੂੰ ਵਿਚਾਰਿਆਂ ਨੂੰ ਤੁਸੀਂ ਜਲਾ ਵੀ ਨਹੀਂ ਸਕਦੇ, ਆਪਣੇ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਦੱਬ ਰਹੇ ਹੋ ਜਾਂ ਤੁਸੀਂ ਦਰਿਆ 'ਚ ਸਿੱਟ ਰਹੇ ਹੋ। ਇਹ ਹੈ ਇਹਨਾਂ ਦੀ ਰਾਜਨੀਤੀ। ਉਹ ਗਈ ਇਹਨਾਂ ਦੇ ਹੱਥੋਂ ਫਿਸਲ, ਇਲੈਕਸ਼ਨਾਂ ਵੀ ਹਾਰ ਗਏ, ਕੁੱਟ ਵੀ ਖਾਇਆ ਹੈ ਵੈਸਟ ਬੰਗਾਲ 'ਚ। ਹੁਣ ਇਹਨਾਂ ਦੀ ਸਮਝ ਨਹੀਂ ਆਉਂਦਾ ਕਿੱਧਰ ਜਾਈਏ ਵਿੱਚੋਂ। ਹੁਣ ਜੇ ਇਹਨਾਂ ਦਾ ਪਰਸੋਂ ਜਿਹੜਾ ਇਹਨਾਂ ਨੇ ਅਖੀਰ 'ਚ ਆ ਕੇ ਇੱਕ ਹਿਸਾਬ ਦਿੱਤਾ ਹੈ ਕਿ ਜੀ ਟੀਕਿਆਂ ਦਾ ਕੀ ਹਿਸਾਬ ਹੈ, ਆਰਡਰ ਕਿਉਂ ਨਹੀਂ ਕੀਤੇ? ਜੇ ਫਰਵਰੀ ਦਾ ਪਤਾ ਸੀ ਟੀਕੇ ਲਾਣੇ ਹੈ, ਤੁਸੀਂ ਬੈਠੇ ਕਿਉਂ ਰਹੇ ਹੋ? ਹੁਣ ਉਹ ਟੀਕਿਆਂ ਦਾ ਇੱਕ ਟੋਟਲ ਬਣਾ ਲਿਆ ਜੀ, 200 ਕਰੋੜ ਹੋਣਗੇ। ਕਿਵੇਂ ਹੋਣਗੇ? ਉਹਦੇ 'ਚੋਂ ਇੱਕ ਕੋਵਾਵੈਕਸ ਹੈ, ਉਹਨੇ 40-50 ਕਰੋੜ ਬਣਾਉਣੇ ਆ, ਹਲੇ ਅਮਰੀਕਾ 'ਚ ਵੀ ਅਪਰੂਵ ਨਹੀਂ ਹੋਇਆ। ਉਹ ਇੱਕ ਹੈਦਰਾਬਾਦ ਦੀ ਕੰਪਨੀ ਹੈ, ਅਮਰੀਕਨ ਵੀ ਪੈਸੇ ਦੇ ਰਹੇ ਹੈ, ਪਰ ਅਮਰੀਕਨਾਂ ਨੇ ਇਹ ਵੀ ਕਿਹਾ ਕਿ ਸਾਰੀ ਦੁਨੀਆ ਨੂੰ ਸਪਲਾਈ ਕਰਨਾ, ਇਕੱਲਾ ਇੰਡੀਆ ਨੂੰ ਤਾਂ ਨਹੀਂ ਨਾ ਕਰਨਾ, ਜਦੋਂ ਉਹਨਾਂ ਦੀ ਟੈਕਨੋਲੋਜੀ ਹੈ ਬੇਲਰ ਕਾਲਜ ਦੀ, ਔਰ ਪੈਸੇ ਉਹਨਾਂ ਦੇ ਲੱਗੇ ਹੋਏ ਹੈ। ਫਿਰ ਪੂਨਾ ਵਾਲਾ ਇੱਥੋਂ ਭੱਜ ਹੀ ਗਿਆ, ਉਹ ਫਰਾਰ ਹੋ ਗਿਆ। ਉਹ ਕਹਿੰਦਾ ਜੀ ਮੈਨੂੰ ਮਜਬੂਰ ਕਰ ਰਹੇ ਹੈ, ਮੈਨੂੰ ਲੋਕ ਧਮਕਾ ਰਹੇ ਹੈ। ਦਿੱਲੀ ਕੋਲ ਇੱਕ ਹੀ ਤਰੀਕਾ ਹੈ, ਜੇ ਕੋਈ ਧਮਕਾ ਰਿਹਾ ਉਹਨੂੰ CRPF ਦੇ ਦਿਓ। MLA ਜਿਹੜੇ ਇਹਨਾਂ ਦੇ ਵੈਸਟ ਬੰਗਾਲ 'ਚ ਹਾਰ ਗਏ ਨੇ, ਉਹਨਾਂ ਨੂੰ CRPF ਦੇ ਦਿਓ। ਸੋ ਜਿਹੜੀ ਲੜਾਈ ਅੱਜ ਹੈ, ਉਹ ਇਹ ਸਿਰਫ ਹੁਣ ਤੁਕੇ ਲਾ ਰਹੇ ਨੇ ਇਲੈਕਸ਼ਨ। ਇਹਨਾਂ ਨੇ ਇਹ ਸੋਚਿਆ ਸੀ ਮਹਾਮਾਰੀ ਵਾਪਸ ਨਹੀਂ ਆਉਂਦੀ, ਅਸੀਂ ਇਹ 5 ਇਲੈਕਸ਼ਨਾਂ 'ਚ ਵੈਸਟ ਬੰਗਾਲ 'ਚ ਕੁੱਟਿਆਵਾਂਗੇ ਮਮਤਾ ਜੀ ਨੂੰ, ਤਾਮਿਲਨਾਡੂ ਸਾਡੀ AIDMK ਦੁਬਾਰਾ ਜਿੱਤੇਗੀ, ਕੇਰਲਾ 'ਚ ਸੀਟਾਂ ਜਿੱਤ ਲਾਂਗੇ, ਆ ਕੇ ਕਿਸਾਨਾਂ ਨੂੰ ਕੁੱਟਾਂਗੇ, ਨਾਲੇ ਉਹਦੇ ਬਾਅਦ ਅਸੀਂ ਕਹਾਂਗੇ ਦੇਖਿਆ ਦੇਸ਼ ਦੇ ਲੋਕ ਸਾਡੇ ਨਾਲ ਨੇ। ਔਰ ਟੀਕਿਆਂ ਦਾ ਇਲਾਜ ਇਹਨਾਂ ਨੇ ਕੀਤਾ ਸੀ, ਹੌਲੀ ਹੌਲੀ ਇਕੱਠੇ ਹੋ ਜਾਣਗੇ, ਪਿਛਲੇ 3 ਮਹੀਨਿਆਂ 'ਚ ਲਾ ਦਾਂਗੇ। ਯੂਪੀ ਦੀ ਇਲੈਕਸ਼ਨ ਤੋਂ ਪਹਿਲਾਂ ਟੀਕੇ ਇਕੱਠੇ ਕਰਕੇ ਲਾ ਦਾਂਗੇ, ਫਿਰ ਕਹਾਂਗੇ ਦੇਖੋ ਯੂਪੀ ਜਿੱਤ ਲਈ। ਇਰਾਦਾ ਸੀਗਾ ਇਹ ਪਲਾਨ ਹੋਏਗੀ ਪਲਟ। ਹੁਣ ਇਸ ਵੇਲੇ ਇਹਨਾਂ ਨੂੰ ਸਮਝ ਨਹੀਂ ਆਉਂਦਾ, ਉਹ
ਪ੍ਰਸ਼ਾਂਤ ਕਿਸ਼ੋਰ ਨੇ ਠੀਕ ਕਿਹਾ, ਕਹਿੰਦਾ ਇਹ ਬੜੇ ਇਹਨਾਂ ਨੂੰ ਤੁਸੀਂ ਬਹੁਤ ਦੂਰ ਅੰਦੇਸ਼ ਗਿੰਦੇ ਹੋ। ਇਹ ਰੇਲ ਗੱਡੀ ਦਾ ਇੰਜਨ ਹੈ, ਇਹ ਜਦ ਇੰਜਨ ਇੱਕ ਪਾਸੇ ਚੱਲ ਪੈਂਦਾ ਨਾ ਬੀਜੇਪੀ ਦਾ, ਜੇ ਅੱਗੇ ਰੋੜੇ ਆ ਜਾਣ ਫਿਰ ਲੀਹ ਤੋਂ ਲੈ ਜਾਂਦਾ। ਇਹ ਮੋਟਰ ਕਾਰ ਨਹੀਂ ਹੈ, ਤਾਂ ਇਸ ਕਰਕੇ ਇਹਨਾਂ ਤੋਂ ਡਰੋ ਨਾ। ਉਹਨੇ ਕਰਕੇ ਵੀ ਦਿਖਾਤਾ, ਵੈਸਟ ਬੰਗਾਲ 'ਚ ਹੋ ਗਿਆ ਇੰਜਨ ਇਹਨਾਂ ਦਾ। ਹੁਣ ਇਹਨਾਂ ਦਾ ਇੰਜਨ ਗਿਆ ਲੈ, ਐਡਵਾਈਜ਼ਰ ਇਹਨਾਂ ਦੇ ਕੋਈ ਹੈ ਨਹੀਂ। ਇਹਨਾਂ ਦਾ ਪੁਰਾਣਾ ਦੱਸੋ ਚੀਫ ਮਿਨਿਸਟਰ ਜਿਹੜਾ ਉੱਤਰਾਖੰਡ ਦਾ, ਕਹਿੰਦਾ ਜੀ ਵਾਇਰਸ ਤਾਂ ਮਿੱਤਰ ਹੁੰਦਾ ਹੈ, ਵਾਇਰਸ ਵੀ ਇੱਕ ਮਿੱਤਰ ਹੈ ਸਾਡਾ ਭਾਈ, ਲੈ ਲੈ ਫਿਰ ਆਪਣੇ ਘਰ ਰੱਖ ਲੈ ਇਹਨੂੰ ਵਾਇਰਸ ਨੂੰ। ਇਹੋ ਜਿਹੇ ਤਾਂ ਦੂਰ ਅੰਦੇਸ਼ ਇਹਨਾਂ ਦੇ ਲੀਡਰ ਨੇ, ਜਿਹੜੇ ਨਾ ਸਾਇੰਸ ਜਾਣਦੇ ਹੈ ਨਾ ਮੈਡੀਕਲ ਦੀ ਗੱਲ ਸੁਣਨੀ ਹੈ। ਆਲੇ ਦੁਆਲੇ ਕੋਈ ਵੱਡਾ ਲੀਡਰ ਹੈ ਨਹੀਂ। ਅਮਿਤ ਸ਼ਾਹ ਜੀ ਗਾਇਬ ਹੋ ਗਏ। ਅਮਿਤ ਸ਼ਾਹ ਜੀ ਕੋਲ ਕੱਲ ਇੱਕੋ ਹੀ ਕੰਮ ਸੀ ਕਿ ਕਾਂਗਰਸ ਦੇ ਯੂਥ ਕਾਂਗਰਸ ਦਾ ਜਿਹੜਾ ਪ੍ਰੈਜ਼ੀਡੈਂਟ ਹੈ, ਉਹ ਵਿਚਾਰਾ ਆਪਣੇ ਲੈਵਲ ਤੇ ਜਿਹੜਾ ਵੀ ਉਹਨੂੰ ਕਹਿ ਰਿਹਾ ਜੀ ਮੇਰੇ ਕੋਲ ਸਿਲੰਡਰ ਨਹੀਂ, ਮੇਰੇ ਕੋਲ ਦਵਾਈ ਨਹੀਂ, ਉਹ ਪਿਛਲੇ 3 ਹਫ਼ਤੇ ਦਾ ਲੱਗਿਆ ਹੋਇਆ ਉਹ ਕਰਨ ਆਪਣੀ ਯੂਥ ਕਾਂਗਰਸ ਦੇ ਥਰੂ। ਉਹਦੀ ਪੁੱਛਤਾਛ ਕੀਤੀ ਹੈ ਕਿ ਤੂੰ ਕਿੱਥੋਂ ਲਈਆਂ ਦਵਾਈਆਂ, ਮਦਦ ਤੱਕ ਕੀ ਕਰਨੀ ਹੈ, ਪ੍ਰਸ਼ੰਸਾ ਤੱਕ ਕੀ ਕਰਨੀ ਹੈ, ਖੁਦ ਕੀ ਕਰਨਾ ਹੈ। ਉਲਟਾ ਉਹਨੂੰ ਵੀ ਸਿਆਸਤ 'ਚ ਬਣਾ ਲਓ, ਉਹਨੂੰ ਵੀ ਰਾਜਨੀਤੀ ਬਣਾ ਲਓ। ਹਰੇਕ ਚੀਜ਼ ਨੂੰ ਰਾਜਨੀਤੀ ਤੇ ਪੁਲਿਸ ਤੇ ਰਾਜਨੀਤੀ, ਉਰੇ ਸਰਕਾਰ ਕਿਵੇਂ ਚੱਲੇਗੀ? ਐਡਾ ਵੱਡਾ ਜਿਹੜਾ ਤੁਹਾਡੇ ਅੱਗੇ। ਸੋ ਇਸ ਕਰਕੇ ਲੜਾਈ ਜਿਹੜੀ ਹੈ ਸਿਰਫ ਪੰਜਾਬ ਦੀ ਜਾਂ ਇਹਦੀ ਨਹੀਂ ਹੈ। ਲੜਾਈ ਇਸ ਵੇਲੇ ਇਹ ਮੇਰੇ ਖਿਆਲ ਸੋਨੀਆ ਜੀ ਇਹ ਗੱਲ ਸਮਝ ਗਏ ਨੇ, ਤਾਂ ਹੀ ਉਹਨਾਂ ਨੇ ਚਿੱਠੀ ਸਾਰੇ ਆਪੋਜੀਸ਼ਨ ਦੇ ਬੰਦੇ ਇਕੱਠੇ ਕਰਕੇ, ਐਕਸੈਪਟ 3 ਬੰਦੇ ਨਹੀਂ ਉਹਦੇ ਚ ਰਲੇ, ਤੇ ਤੇਲੰਗਾਨਾ ਦਾ ਚੀਫ ਮਿਨਿਸਟਰ ਜਿਹੜਾ ਇਹਨਾਂ ਦਾ ਪੁਰਾਣਾ ਕਾਂਗਰਸੀ ਹੈ, ਆਂਧਰਾ ਦਾ ਤੇ ਉੜੀਸਾ ਦਾ, ਲੇਕਿਨ ਉਹ ਨਾ ਸਰਕਾਰ ਨਾਲ ਨੇ, ਉਹ ਹਲੇ ਫੈਂਸ ਤੇ ਬੈਠੇ ਆ, ਬੈਠਣ ਦੋ ਕੰਧ ਤੇ। तो इस करके इस मुद्दे ते सारी ऑपोजिशन इकट्ठी हो रही है और हो गई है कि इन्हां तो देश नहीं चलता, ये सिर्फ राजनीति चलाते हैं, इलैक्शनां लड़नियां इन्हां ने और इन्हां ने अपना हिंदुत्व राष्ट्र बनाना है। उहदे अलावा इन्हां दा कोई दूर और 6-8 महीनों बाद कोई इहो जिहा खड़का कर देना जिहदे नाल चीज़ां भन्न दो, तोड़ दो, पुरानी चीज़ भावें वो बिल्डिंग्स तोड़ दो, पार्लीमेंट तोड़ दो, कानून तोड़ दो, कोई ना कोई चीज़ तोड़ दो कि लगे इन्हां ने नवां काम करता, ਇੱਥੇ ਨਵੇਂ ਰਾਜ ਕੀਤਾ। ਤਾਂ ਇਸ ਤਰੀਕੇ ਨਾਲ ਐਡਾ ਵੱਡਾ ਦੇਸ਼ ਨਹੀਂ ਚੱਲ ਸਕਦਾ। ਸਰਦਾਰ ਸਾਹਿਬ, ਇਹ ਦਿਲਚਸਪ ਤੱਥ ਨੇ ਕਿ ਇਹ ਰਾਜ ਲਗਭਗ ਹੁਣ 7 ਸਾਲ ਬੀਤ ਗਏ ਆ। 7 ਸਾਲਾਂ ਦੇ ਵਿੱਚ ਕਈ ਕੁਝ ਨਵਾਂ ਲੈਣ ਦਾ, ਜੰਮੂ ਕਸ਼ਮੀਰ ਦੇ ਵਿੱਚ ਨਵੀਂ ਤਰ੍ਹਾਂ ਦੇ ਐਕਸਪੈਰੀਮੈਂਟ ਕਰ ਲਏ ਔਰ ਪੰਜਾਬ ਨੂੰ ਵੀ ਇੱਕ ਵਾਰੀ ਬਲਦੀ ਦੇ ਬੂਥੇ ਦੇ ਦਿੱਤਾ। ਸਾਰੀ ਕਿਸਾਨੀ ਦਿੱਲੀ ਦੇ ਬਾਰਡਰਸ ਤੇ ਚਲੇਗੀ, ਲੇਕਿਨ ਅਸੀਂ ਸੰਵੇਦਨਹੀਨਤਾ ਰੱਜ ਕੇ ਦਿਖਾਈ ਆ। ਸਾਨੂੰ ਕੋਈ ਸਰੋਕਾਰ ਨਹੀਂ, ਕੋਈ ਕੰਸਰਨ ਨਹੀਂ, ਕੋਈ ਮਰੇ ਕੋਈ ਜੀਵੇ। ਲੇਕਿਨ ਹੁਣ ਜਦੋਂ ਸਾਰੇ ਦੇਸ਼ ਦੇ ਵਿੱਚ ਵਿਪਤਾ ਹੈ, ਲੋਕਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਰਿਹਾ, ਜਾਨ ਤੋਂ ਵੱਧ ਕੁਝ ਨਹੀਂ ਹੁੰਦਾ, ਦੁਨੀਆ ਭਰ 'ਚ ਤਰਾਹ ਹੋ ਰਹੀ ਹੈ ਕਿ ਇੰਡੀਅਨ ਲੋਕਾਂ ਨਾਲ ਵਾਪਰ ਕੀ ਰਿਹਾ ਹੈ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਸੀਗੀ, ਇੱਕ ਪ੍ਰੈਸ਼ਰ ਗਰੁੱਪ, ਇੱਕ ਪ੍ਰੈਸ਼ਰ ਵਰਗੀ ਰਾਜਨੀਤੀ, ਉਹ ਵੀ ਨਦਾਰਦ ਹੈ, ਮਿਸਿੰਗ ਹੈ। ਇੱਕ ਪੱਤਰ ਨਾਲ ਸਰ ਜਾਊ। ਇਹ ਜਿਹੜੇ ਲੋਕ, ਇਹ ਜਿਹੜੇ ਮੁੱਖ ਮੰਤਰੀ ਨੇ, ਜਿੱਥੇ ਰੌਲਾ ਪਿਆ ਕਿ ਸਾਨੂੰ ਤੁਸੀਂ ਬਾਹਰੋਂ ਜੇਕਰ ਕੋਈ ਇੰਪੋਰਟ ਕਰਨੀ ਹੈ ਵੈਕਸੀਨ ਤੇ ਸਰਕਾਰ ਕਰਕੇ ਦੇਵੇ, ਅਸੀਂ ਵੱਖ-ਵੱਖ ਆਪਣੇ ਤੌਰ ਤੇ ਕਿਉਂ ਕਰੀਏ, ਬਾਕੀ ਵੀ ਇਸ਼ੂਜ਼ ਦੇ ਉੱਤੇ ਇੱਕ ਪ੍ਰੈਸ਼ਰ ਬਣਦਾ ਨਜ਼ਰ ਨਹੀਂ ਆ ਰਿਹਾ। ਇਹ ਕਰੋਨਾ ਦਾ ਇੱਕ ਡਰ ਹੈ, ਲੋਕਾਂ ਨੂੰ ਇਸ ਮੌਕੇ ਤੇ ਵਿਰੋਧ ਕਰਨ ਦੇ ਤਰੀਕੇ ਵੀ ਨਹੀਂ ਲੱਭ ਰਹੇ, ਜਾਂ ਇਹਨਾਂ ਕੋਲ ਸੰਗਠਨ ਜਾਂ ਸ਼ਕਤੀਆਂ ਹੀ ਨਹੀਂ ਬਚੀਆਂ ਜਿਹੜੇ ਵਿਰੋਧੀ ਬੈਠੇ ਨੇ ਮੋਦੀ ਗਵਰਨਮੈਂਟ ਦੇ। ਤੁਹਾਨੂੰ ਲੱਗਦਾ ਹੈ ਕਿ ਅਗਲੇ ਦਿਨਾਂ 'ਚ ਇਹ ਸ਼ਕਤੀ ਸੰਗਠਿਤ ਹੋਊਗੀ? ਜੇ ਹੋਊ ਤੇ ਕਿਹਦੀ ਅਗਵਾਈ 'ਚ ਹੋਊ? ਦੇਖੋ, ਇਸ ਵੇਲੇ ਆਪਾਂ ਨੂੰ ਸਵਾਲ ਇਹ ਨਹੀਂ ਪੁੱਛਣਾ ਚਾਹੀਦਾ ਕਿ ਕਿਹਦੀ ਅਗਵਾਈ 'ਚ ਹੋਊ। ਉਹ ਬੀਜੇਪੀ ਜਾਣ ਕੇ ਕਹਿੰਦੀ ਹੈ, ਉਹ ਚਾਹੁੰਦੇ ਆ ਕਿ 1 to 1 ਮੋਦੀ ਜੀ ਨਾਲ ਲੜਾਈ ਹੋਵੇ। ਉਹ ਬੜੇ ਖੁਸ਼ ਰਹਿੰਦੇ ਆ ਜੇ ਰਾਹੁਲ ਗਾਂਧੀ ਦਾ ਨਾਂ ਆ ਜਾਂਦਾ, ਉਹਨੂੰ ਕੁੱਟ ਦਿੰਦੇ, ਉਹ ਭੱਜ ਜਾਂਦਾ। ਫਿਰ ਇਹ ਇਸ ਵੇਲੇ ਲੜਾਈ, ਜਦ ਇਹਨਾਂ ਨੇ ਇੰਦਰਾ ਗਾਂਧੀ ਨੂੰ ਢਾਇਆ ਸੀ ਐਮਰਜੈਂਸੀ ਦੇ ਬਾਅਦ, PM ਕੈਂਡੀਡੇਟ ਡਿਕਲੇਅਰ ਹੋਇਆ ਸੀ ਕੋਈ? ਜੀ 5-7 ਵੱਡੇ ਨੇਤਾ ਸੀ, ਉਹਨਾਂ 'ਚ ਕੋਈ ਵੀ ਬਣ ਸਕਦਾ ਸੀ। ਮੁਰਾਰਜੀ ਬਾਅਦ 'ਚ ਨਿਕਲ ਕੇ ਆਏ। ਜੀ ਜੀ, ਚਲੋ VP ਸਿੰਘ ਥੋੜਾ ਜਿਹਾ ਅੱਗੇ ਸੀ ਜਦ ਰਾਜੀਵ ਨੂੰ ਕੱਢਿਆ, ਪਰ ਫਿਰ ਵੀ ਉੱਥੇ ਦੂਜੇ ਧੜੇ ਦੇ ਨੇਤਾ ਖੜੇ ਸੀਗੇ। ਸੋ ਇਸ ਕਰਕੇ ਇਸ ਵੇਲੇ ਇਹ ਹੈ ਕਿ ਇਕੱਠੇ ਹੋ ਕੇ ਇਹਨਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ। ਔਰ ਤੁਹਾਡੇ ਜਿਹੜੇ ਖੇਤਰ ਨੇ ਉਹ ਅਲੱਗ-ਅਲੱਗ ਨੇ, ਕਿਉਂਕਿ ਜਿਹੜੇ ਵੱਡੇ ਲੀਡਰ ਨੇ ਉਹਨਾਂ ਕੋਲ ਇੱਕ ਸਟੇਟ ਹੈ, 2 ਸਟੇਟਾਂ ਵਾਲਾ ਤਾਂ ਕੋਈ ਆਪੋਜੀਸ਼ਨ ਲੀਡਰ ਹੈ ਨਹੀਂ ਕਾਂਗਰਸ ਦੇ ਇਲਾਵਾ। ਔਰ ਕਾਂਗਰਸ ਕੋਲ ਕਿਹੜੀਆਂ ਜਿਹੜੇ ਸੂਬੇ ਨੇ ਉਹਦੇ 'ਚ ਸੀਟਾਂ ਘੱਟ ਨੇ। ਤਾਂ ਇਸ ਕਰਕੇ ਜਿੱਥੇ ਕਾਂਗਰਸ ਦਾ ਸਿੱਧਾ ਮੁਕਾਬਲਾ ਹੈ ਬੀਜੇਪੀ ਨਾਲ, ਗੁਜਰਾਤ ਹੋਇਆ, ਰਾਜਸਥਾਨ ਹੋਇਆ, ਮੱਧ ਪ੍ਰਦੇਸ਼, ਇਹੋ ਜਿਹੇ ਸੂਬੇ ਜੇ ਕਰਨਾਟਕ ਵਗੈਰਾ ਮਿਲਾ ਲਈਏ ਤਾਂ 150 ਸੀਟਾਂ ਬਣਨਗੀਆਂ। ਉਹ 150 ਚੋਂ 150 ਤਾਂ ਉਹ ਜਿੱਤ ਨਹੀਂ ਸਕਦੇ। ਇਸ ਵੇਲੇ ਕਾਂਗਰਸ ਦੀ ਦੂਰ ਅੰਦੇਸ਼ੀ ਇਹ ਹੋਏਗੀ, ਉਹ ਆਪਣਾ ਇਹ ਮੁੱਦਾ ਪਿੱਛੇ ਕਰ ਲੈਣ ਕਿ ਅਸੀਂ ਪ੍ਰਾਈਮ ਮਿਨਿਸਟਰ ਬਣਾਉਣਾ ਹੈ। ਰਾਹੁਲ ਗਾਂਧੀ ਵੀ ਪਿੱਛੇ ਹਟ ਜੇ ਥੋੜਾ, ਕਿਉਂਕਿ ਜਿੰਨਾ ਅੱਗੇ ਵਧੀ ਜਾਂਦਾ ਉਹ ਸਫਲ ਨਹੀਂ ਹੁੰਦਾ, ਉਹ ਅਸਫਲ ਗਿਣਿਆ ਜਾਂਦਾ ਹੈ। ਕਈ ਵਾਰ ਪਿੱਛੇ ਹਟ ਕੇ ਤੁਸੀਂ ਦੁਬਾਰਾ ਸਟਾਰਟ ਕਰੋ ਤਾਂ ਅੱਗੇ ਆ ਸਕਦੇ ਹੋ, ਜੇ ਉੱਥੇ ਹੀ ਫਸੇ ਰਹੋ ਤਾਂ ਕੁੱਟ ਖਾਈ ਜਾਓਗੇ ਤੁਸੀਂ। ਤਾਂ ਇਸ ਕਰਕੇ ਕਾਂਗਰਸ ਕਹੇ ਕਿ ਅਸੀਂ ਲੀਡਰੀ ਨਹੀਂ ਇਹਦੀ ਮੰਗ ਰਹੇ,
ਅਸੀਂ ਚਾਹ ਰਹੇ ਹਾਂ ਕਾਂਗਰਸ ਹੋਰਾਂ ਨੂੰ ਇਕੱਠਾ ਕਰ ਸਕਦੀ ਹੈ, ਕਿਉਂਕਿ ਉਹ ਇਹਨਾਂ ਦੇ ਹੀ ਲੀਡਰ ਨੇ ਜਿਹੜੇ ਛੱਡ ਕੇ ਗਏ ਹੋਏ ਆ ਵੱਡੇ, ਭਾਵੇਂ ਸ਼ਰਦ ਪਵਾਰ ਹੈ, ਭਾਵੇਂ ਮਮਤਾ ਜੀ ਹੈ, ਭਾਵੇਂ ਰਾਓ ਹੈ, ਭਾਵੇਂ ਰੈਡੀ ਹੈ, ਇਹ ਸਾਰੇ ਇਹਨਾਂ ਦੇ ਹੀ ਲੀਡਰ ਨੇ। ਜੇ ਇਹ ਜਗ੍ਹਾ ਖੋਲਣ, ਇਹ ਨੈਸ਼ਨਲ ਲੈਵਲ ਤੇ ਜਗ੍ਹਾ ਖੋਲ ਲੈਣ ਕਿ ਚਲੋ ਇੱਕ ਨਵਾਂ ਤੁਸੀਂ ਕੰਬੀਨੇਸ਼ਨ ਬਣਾ ਲਓ, ਆਪਣੀਆਂ ਆਪਣੀਆਂ ਪਾਰਟੀਆਂ ਰੱਖੋ, ਲੇਕਿਨ ਇੱਕ ਕਾਂਗਰਸ ਟਾਈਪ, ਉਹਨੂੰ ਕਾਂਗਰਸ ਨਾ ਕਹੋ, ਜੋ ਮਰਜ਼ੀ ਕਹ ਲਓ, ਉਹ ਇਕੱਠਾ ਬਣਾ ਲਓ ਜਿਵੇਂ ਜਨਤਾ ਦਲ ਬਣਿਆ ਸੀਗਾ। ਉਹ ਉਸ ਦੇ ਵਿੱਚ ਇੱਕ ਵੱਡੇ ਤੰਬੂ ਦੇ ਨੀਚੇ ਸਾਰੇ ਆ ਜਾਣ, ਆ ਵੀ ਜਾਣਗੇ, ਕਿਉਂਕਿ ਸਭ ਨੂੰ ਨਜ਼ਰ ਆ ਰਿਹਾ ਹੈ ਕਿ ਇਹ ਦੋ ਗੱਲ ਕਰ ਰਹੇ ਨੇ। ਇੱਕ ਤਾਂ ਇਹਨਾਂ ਤੋਂ ਇਹਨਾਂ ਤੋਂ ਸੰਭਲ ਨਹੀਂ ਹੋਇਆ, ਔਰ ਇਹ ਮਹਾਮਾਰੀ ਦਾ ਹੋ ਸਕਦਾ ਤੀਜਾ ਵੀ ਲਹਿਰ ਆ ਜਾਏ, ਤੀਜੀ, ਔਰ ਉਹ ਛੋਟੇ ਬੱਚਿਆਂ ਨੂੰ ਜ਼ਿਆਦਾ ਅਸਰ ਕਰੇ। ਔਰ ਇਹ ਜਿਹੜਾ ਸਪੀਡ ਜਿਹੜੀ ਫੜਨਗੇ, ਹਲੇ ਇੰਜੈਕਸ਼ਨਾਂ ਦਾ ਜਿਹੜਾ ਇਹਨਾਂ ਨੇ ਹਿਸਾਬ ਲਾਇਆ, ਉਹ ਹਿਸਾਬ ਹੀ ਹੈ, ਹਲੇ ਕਿਸੇ ਨੇ ਗਿਣਿਆ ਨਹੀਂ ਕਿ ਉਹਨੇ ਬਣ ਵੀ ਸਕਣਗੇ ਕਿ ਨਹੀਂ, ਕਿਉਂਕਿ ਉਹ ਸਾਰੀਆਂ ਸਪਲਾਈਆਂ ਇੱਥੇ ਨਹੀਂ ਹੈ, ਕਈ ਅਮਰੀਕਾ ਤੋਂ ਆਣੀ ਹੈ, ਸਾਰੀ ਦੁਨੀਆ 'ਚ ਚਾਹੀਦੀਆਂ ਹੈ। ਬੜੇ ਦੇਸ਼ ਦੁਨੀਆ ਦੇ ਹੈਗੇ ਜਿਨ੍ਹਾਂ ਕੋਲ ਇੱਕ ਵੀ ਹਲੇ ਇੰਜੈਕਸ਼ਨ ਨਹੀਂ ਪਹੁੰਚਿਆ। ਤਾਂ ਉਹ ਜਿਹੜੇ ਵੱਡੇ ਵੱਡੇ ਦੇਸ਼ ਹੈ, ਉਹ ਵੀ ਕਹਿ ਰਹੇ ਵੀ ਕੋਈ ਐਕੁਇਟੀ ਯਾਰ, ਕੋਈ ਹਿਸਾਬ ਹੋਣਾ ਚਾਹੀਦਾ। ਇਹ ਤਾਂ ਨਹੀਂ ਹੈ ਕਿ ਅਸੀਂ ਇਕੱਲੇ ਕਰੀ ਜਾਈਏ। ਹੁਣ ਦੇਖੋ ਕੱਲ ਕੀ ਹੋਇਆ, ਅਸੀਂ ਇਹਨਾਂ ਨੇ ਗੱਪ ਲਾ ਕੇ, ਜਦ ਕਿ ਹੁਣ ਤਾਂ ਹੀ ਪਤਾ ਸੀ ਕਿ ਦੋਨੋਂ ਇੰਜੈਕਸ਼ਨਾਂ ਦੇ ਵਿੱਚ ਕਈ ਮਹੀਨਿਆਂ ਦਾ ਆ ਰਿਹਾ ਸੀਗਾ ਕਿ ਜਿਹੜਾ ਗੈਪ ਹੈ, ਜਿਹੜਾ ਅਰਸਾ ਹੈ, ਉਹ ਤੁਸੀਂ 3 ਮਹੀਨੇ ਕਰ ਸਕਦੇ ਹੋ। ਇੱਥੇ ਇਹਨਾਂ ਨੇ ਕਿਹਾ ਸੀਗਾ ਨਹੀਂ 6 ਤੇ 8 ਹਫ਼ਤੇ ਕੋ। ਕੱਲ ਕਿਉਂਕਿ ਇਹਨਾਂ ਕੋਲ ਇੰਜੈਕਸ਼ਨ ਹੀ ਘਟ ਗਏ, ਕਹਿੰਦੇ ਨਹੀਂ ਜੀ ਅਸੀਂ 3 ਮਹੀਨੇ ਕਰਤਾ, ਸਾਇੰਸ ਕਹਿ ਰਹੀ ਹੈ 3 ਮਹੀਨੇ ਕਰਤਾ। ਕੱਲ ਇੰਗਲੈਂਡ ਵਿੱਚ ਕੀ ਹੋਇਆ, ਉਹਨਾਂ ਦੇ ਪ੍ਰਧਾਨ ਮੰਤਰੀ ਨੇ ਅਨਾਉਂਸ ਕਰਤਾ, ਕਿਉਂਕਿ ਜਿਹੜੀ ਨਵੀਂ ਵੈਰਾਈਟੀ ਇਹਦੀ ਜਿਹੜੀ ਹਿੰਦੁਸਤਾਨ ਤੋਂ ਆਈ ਹੈ, ਇੰਗਲੈਂਡ ਦੇ ਵਿੱਚ ਜਿਹੜੀ ਫੈਲ ਰਹੀ ਹੈ ਜੀ, ਉਸ ਨੂੰ ਰੋਕਣ ਲਈ ਅਸੀਂ ਇਹਨੂੰ ਘਟਾ ਕੇ 8 ਹਫ਼ਤਾ ਕਰ ਰਹੇ ਹਾਂ। ਇਹ 12 ਹਫ਼ਤੇ ਤੇ ਜਾ ਰਹੇ ਨੇ, ਉਹਨਾਂ ਨੇ 8 ਹਫ਼ਤੇ ਕਰਤਾ, ਹੁਣ ਇਹ 8 ਹਫ਼ਤੇ ਤੇ ਜਾਣਗੇ। ਜੇ ਤੁਸੀਂ ਸਿਰਫ ਪਬਲਿਕ ਰਿਲੇਸ਼ਨ ਲਈ ਸਾਇੰਸ ਤੇ ਮੈਡੀਕਲ ਸਾਇੰਸ ਨੂੰ ਨਾ ਦੇਖੋ, ਪਬਲਿਕ ਰਿਲੇਸ਼ਨ ਹੀ ਦਿਖਾਓ ਕਿ ਜਾਨ ਬਚ ਜੇ ਕਿਸੇ ਤਰ੍ਹਾਂ, ਲੋਕ ਇਹ ਨਾ ਕਹਿਣ ਕਿ ਮੈਨੂੰ ਦੂਜਾ ਟੀਕਾ ਕਿਉਂ ਨਹੀਂ ਮਿਲ ਰਿਹਾ। ਕੋਈ ਨਹੀਂ, ਤੈਨੂੰ ਲੋੜ ਹੀ ਨਹੀਂ, ਦੂਜੇ ਟੀਕੇ ਦੀ ਲੋੜ ਹੀ ਨਹੀਂ ਹੈ ਤੈਨੂੰ ਹਲੇ। ਜੇ ਇੰਗਲੈਂਡ ਕਹਿ ਰਿਹਾ 8 ਹਫ਼ਤੇ 'ਚ ਲੋੜ ਹੈ, ਤੇ ਹੁਣ ਤੁਸੀਂ 12 ਕਿਵੇਂ ਵਧਾਤਾ? ਹੁਣ ਉਹਦੀ ਨਵੀਂ ਲੱਭਣੀ ਸ਼ੁਰੂ ਕਰਨਗੇ ਕਿ ਇਹਦੇ ਤੋਂ ਕਿਵੇਂ ਬਚਣਾ ਹੈ। ਸੋ ਜੇ ਤੁਸੀਂ ਸਿਰਫ ਸਾਰਾ ਟਾਈਮ PR ਦੇ ਨਾਲ ਗਵਰਨਮੈਂਟ ਚਲਾਣੀ ਹੈ, ਤੁਸੀਂ ਕੱਪੜੇ ਪਾ ਕੇ, ਦਾੜੀ ਮੁੱਛ ਬਣਾ ਕੇ, ਭੇਸ ਬਦਲ ਕੇ, ਜੇ ਤੁਸੀਂ ਉਹੀ ਪੋਲਿਟਿਕਸ ਹੈ, ਇਹ ਡਰਾਮਾ ਨਹੀਂ ਹੈ, ਇਹ ਸਕੂਲ ਦਾ ਡਰਾਮਾ ਨਹੀਂ ਹੈ, ਦੇਸ਼ ਹੈ ਜੀ। ਸੋ ਇਹਦੇ ਵਿੱਚ ਤੁਹਾਨੂੰ ਹਕੀਕਤ ਨਾਲ ਸਾਹਮਣੇ ਆ ਕੇ ਝਗੜੇ ਖਤਮ ਕਰਨੇ ਪੈਣਗੇ, ਆਪੋਜੀਸ਼ਨ ਨਾਲ ਮਿਲਣਾ ਪਏਗਾ। ਆਪੋਜੀਸ਼ਨ ਨੇ ਕਿਹਾ ਕਮ ਸੇ ਕਮ ਕਮੇਟੀਆਂ ਤਾਂ ਮਿਲਾ ਲਓ ਪਾਰਲੀਮੈਂਟ ਦੀਆਂ। ਨਹੀਂ ਜੀ, ਮਹਾਮਾਰੀ ਚੱਲ ਰਹੀ ਹੈ, ਮਹਾਮਾਰੀ 'ਚ ਹੋਰ ਕੁਝ ਨਹੀਂ ਰੁਕ ਸਕਦਾ, ਪਾਰਲੀਮੈਂਟ ਨੂੰ ਰੋਕ ਲਓ। ਉਹ ਕਹਿੰਦੇ ਰਿਮੋਟ ਕਰ ਲਓ ਭਾਈ, ਸਾਰੀ ਦੁਨੀਆ ਫੰਕਸ਼ਨ ਕਰ ਰਹੀ ਹੈ, ਕੰਪਿਊਟਰ ਦੇ ਉੱਤੇ ਕਰ ਲਓ ਨਾ, ਪਾਰਲੀਮੈਂਟ ਦੀ ਕਮੇਟੀ ਨਹੀਂ ਮਿਲ ਸਕਦੀ। ਨਹੀਂ, ਜਦੋਂ ਮੰਚ ਖੁੱਲਣਗੇ ਨਾ ਇਹੋ ਜਿਹੇ, ਤਾਂ ਫਿਰ ਬਹਿਸ ਹੋਊਗੀ, ਤੇ ਬਹਿਸ ਦੇ ਵਿੱਚ ਸਾਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਊਗਾ, ਜਿਹਨੂੰ ਅਸੀਂ ਫੇਸ ਨਹੀਂ ਕੀਤਾ। ਅਸੀਂ ਤਾਂ ਆਪਣੇ ਇਸ ਸਿਆਸੀ ਸੱਤਾ ਦੇ ਦੌਰ ਦੇ ਵਿੱਚ ਕਦੇ ਇੱਕ ਪ੍ਰੈਸ ਕਾਨਫਰੰਸ ਵੀ ਨਹੀਂ ਕੀਤੀ ਕਿ ਸਾਨੂੰ ਕੋਈ ਸਵਾਲ ਸਿੱਧਾ ਪੁੱਛ ਲੇ। ਪਰ ਮੈਂ ਸਰਦਾਰ ਸਾਹਿਬ ਤੁਹਾਨੂੰ ਇਸ ਮੌਕੇ ਤੇ ਪੰਜਾਬ ਵੱਲ ਲੈ ਕੇ ਜਾਣਾ ਹੈ ਕਿ ਪੰਜਾਬ ਨੂੰ ਤੁਸੀਂ ਦੂਰੋਂ ਬੈਠ ਕੇ ਕਿਵੇਂ ਦੇਖਦੇ ਹੋ? ਜਿਸ ਤਰ੍ਹਾਂ ਦਾ ਸਾਡਾ ਇਨਫਰਾਸਟ੍ਰਕਚਰ ਹੈ, ਜਿੰਨਾ ਕੁ ਸਾਡੇ ਤੇ ਕਰਜ਼ਾ ਹੈ, ਜਿਵੇਂ ਸਾਡੇ ਬੱਚੇ ਇੱਥੋਂ ਪਲਾਇਨ ਕਰ ਰਹੇ ਆ, ਤੇ ਜਿਵੇਂ ਸੱਤਾ ਦੀ ਸੰਜੀਦਗੀ ਮਾਈਨਸ ਹੈ, ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਆਲੋਚਨਾ ਦਾ ਔਰ ਅੰਦਰੋਂ ਬਗਾਵਤ ਦਾ ਸਾਹਮਣਾ ਕਰਨਾ ਪਿਆ, ਕਾਂਗਰਸ ਹਾਈ ਕਮਾਂਡ ਦੀ ਜਿਹੜੀ ਕਮਜ਼ੋਰੀ, ਔਰ ਦੂਜੇ ਬੰਨੇ ਨਵਜੋਤ ਸਿੰਘ ਸਿੱਧੂ ਨਾਲ ਇਹ ਟਕਰਾ, ਤੁਹਾਨੂੰ ਲੱਗਦਾ ਕਿ ਫਿਰ ਅੱਗੇ ਜਾ ਕੇ ਦੋਵੇਂ ਧਿਰਾਂ ਹੀ ਲੜਨਗੀਆਂ, ਅਕਾਲੀ ਤੇ ਕਾਂਗਰਸੀ, ਜਾਂ ਕੋਈ ਇਹਦੇ ਵਿੱਚੋਂ ਏਜੰਡਾ ਬੇਸਡ ਰਾਜਨੀਤੀ ਵਰਗੀ ਮੁੱਦਿਆਂ ਤੇ ਗੱਲ ਕਰਨ ਵਰਗੀ ਕੋਈ ਧਿਰ ਵੀ ਆਊਗੀ ਕਿ ਸਿੱਧੂ ਕੋਈ ਵੱਖਰੀ ਧਿਰ ਬਣਾਉਣ ਦੇ ਕਾਬਿਲ ਰਹੂਗਾ? ਸਮੁੱਚੇ ਦ੍ਰਿਸ਼ ਨੂੰ ਜ਼ਰਾ ਦੂਰੋਂ ਬੈਠ ਕੇ ਜਿਵੇਂ ਦੇਖਦੇ ਹੋ, ਉਹਨੂੰ ਜ਼ੁਬਾਨ ਦਿਓ ਜ਼ਰਾ। ਦੇਖੋ, ਇਸ ਵੇਲੇ ਸਿਰਫ 6 ਮਹੀਨੇ ਬਚੇ ਹੈ ਯੂਪੀ ਦੀ ਇਲੈਕਸ਼ਨ ਦੇ ਤੇ ਪੰਜਾਬ ਦੇ। ਮੈਂ ਸਮਝਦਾ ਯੂਪੀ ਦੀ ਇਲੈਕਸ਼ਨ ਬਹੁਤ ਜ਼ਿਆਦਾ ਮੁਹਿੰਮ ਹੈ, ਉਹ ਇਸ ਲਈ ਕਿਉਂਕਿ ਉਹਦੇ ਨਾਲ ਬੀਜੇਪੀ ਦਾ ਅੰਤ ਹੋ ਸਕਦਾ ਜੇ ਯੂਪੀ ਹਾਰ ਜਾਣਗੇ। ਤੇ ਜਿਹੜਾ ਇੱਥੇ ਹਿੰਦੁਸਤਾਨ ਦੇ ਵਿੱਚ ਇਹਨਾਂ ਨੇ ਉਗਾਇਆ ਕਿ ਪਸਵੇਂ ਕੱਪੜੇ ਪਾ ਲਓ, ਕੰਮ ਕੁਛ ਕਰਨ ਕੁਛ, ਬੋਲਣ ਕੁਛ, ਇਹ ਚੀਜ਼ ਬਦਲਣ ਲਈ ਯੂਪੀ 'ਚ ਤਬਦੀਲੀ ਨਿਹਾਇਤ ਜ਼ਰੂਰੀ ਹੈ। ਉਹਦੇ 'ਚ ਕਿਸਾਨਾਂ ਦਾ ਅੰਦੋਲਨ ਜਿਹੜਾ ਹੈ, ਉਹਨੇ ਆਲਰੇਡੀ ਕਾਫੀ ਖੋਖਲਾ ਕਰਤੀ ਹੈ ਉੱਥੋਂ ਦੀ ਗਵਰਨਮੈਂਟ। ਜਿਹੜੀ ਪੱਛਮੀ ਯੂਪੀ ਹੈ, ਅਜੀਤ ਸਿੰਘ ਜੀ ਦਾ ਦੇਹਾਂਤ ਹੋ ਗਿਆ, ਲੇਕਿਨ ਪੱਛਮੀ ਯੂਪੀ ਦੇ ਵਿੱਚ ਮੋਰਚਾ ਲੱਗਿਆ ਰਿਹਾ, ਭਾਵੇਂ ਥੋੜੇ ਬੰਦੇ ਲੱਗੇ ਰਹੇ। ਇਹ ਅਦਲ ਬਦਲ ਜਿਹਨਾਂ ਨੇ ਕੀਤੀ ਸੀ ਪੱਛਮੀ ਯੂਪੀ 'ਚ, ਤਾਂ ਉਹ ਤਬਲਾ ਉਹ ਇਹ ਨਹੀਂ ਜਿੱਤ ਸਕਦੇ। ਹੁਣ ਪਿਛਲੀਆਂ ਜਿਹੜੀਆਂ ਇਲੈਕਸ਼ਨਾਂ ਹੁਣੇ ਹੋਈਆਂ ਇਹਨਾਂ ਦੀਆਂ, ਉਹਦੇ 'ਚ ਨਜ਼ਰ ਆਇਆ ਸਮਾਜਵਾਦੀ ਪਾਰਟੀ ਇਹਨਾਂ ਤੋਂ ਅੱਗੇ ਹੈ ਬਾਕੀ ਹਿੱਸਿਆਂ 'ਚ ਵੀ। ਤਾਂ ਇਸ ਕਰਕੇ ਯੂਪੀ 'ਚ ਇੱਕ ਮਾਇਆਵਤੀ ਨੂੰ ਛੱਡ ਕੇ ਬਾਕੀ ਚੀਜ਼ ਸਾਹਮਣੇ ਆ ਰਹੀ ਹੈ। ਜੇ ਉਹ ਆਪਣੀ ਖੇਡ ਖੇਲੀ ਜਾਏਗੀ ਜਿਵੇਂ ਉਹਦੀ ਆਦਤ ਹੈ, ਸੈਂਟਰ ਦੇ ਨਾਲ ਰਲ ਕੇ, ਕਦੇ ਰਲ ਗਈ ਕਦੇ ਹਟ ਗਈ, ਤਾਂ ਉਹਦਾ ਵੀ ਮੇਰੇ ਖਿਆਲ ਥੱਲੇ ਜਾਏਗੀ। ਯੂਪੀ ਨੇ ਤੈਅ ਕਰਨਾ ਹੈ। ਅੱਜ ਯੂਪੀ 'ਚ ਜੋ
ਪੇਂਡੂ ਏਰੀਆ 'ਚ ਪ੍ਰਧਾਨ ਮੰਤਰੀ ਨੂੰ ਵੀ ਮੰਨਣਾ ਪਿਆ ਕਿ ਇਹ ਚੀਜ਼ ਪੇਂਡੂ ਏਰੀਆ 'ਚ ਹੁਣ ਫੈਲ ਗਈ ਹੈ। ਫਲਾਈ ਕਿਨੇ ਹੈ, ਉਹ ਤਾਂ ਇਹ ਤੇ ਨਹੀਂ ਮੰਨਣਗੇ, ਹਮੇਸ਼ਾ ਦੂਜੇ ਦੇ ਸਿਰ ਪਾਉਣਗੇ, ਲੇਕਿਨ ਉਹਦਾ ਅਸਰ ਜਿਹੜਾ ਉਹ 6 ਮਹੀਨਿਆਂ 'ਚ ਨਹੀਂ ਹਟਣ ਵਾਲਾ। ਇਸ ਕਰਕੇ ਜਿਹੜੀ ਇਲੈਕਸ਼ਨ ਫਰਵਰੀ 'ਚ ਆਣੀ ਹੈ, ਇਹ ਟੀਕੇ ਬੜੇ ਜ਼ੋਰ ਨਾਲ ਲਾਣਗੇ ਪਿਛਲੇ 3 ਮਹੀਨਿਆਂ 'ਚ, ਜੋ ਮਰਜ਼ੀ ਲਾਈ ਜਾਣ। ਯੂਪੀ ਦੀ ਜਿਹੜੀ ਇਲੈਕਸ਼ਨ ਹੈ ਉਹ ਹਿੰਦੁਸਤਾਨ ਦੀ ਇਲੈਕਸ਼ਨ ਤੈਅ ਕਰੇਗੀ। ਪੰਜਾਬ ਦੀ ਜਿਹੜੀ ਇਲੈਕਸ਼ਨ ਹੈ, ਪੰਜਾਬ ਗਿਆ ਫਸ, ਕੈਪਟਨ ਸਾਹਿਬ ਪੰਜਾਬ ਦੇ ਗਲ 'ਚ ਬੁਰਕੀ ਬਣੇ ਹੋਏ ਆ, ਨਾ ਉਹ ਬਾਹਰ ਨਿਕਲ ਸਕਦੇ ਨਾ ਅੰਦਰ ਜਾ ਸਕਦੇ ਆ। ਚਲਾਣਗੇ ਤਾਂ ਉਵੇਂ ਜਿਵੇਂ ਹੁਣ ਚਲਾ ਰਹੇ ਹੈ, ਦਰਬਾਰ ਹੈ, ਇਸੇ ਤਰ੍ਹਾਂ ਦਰਬਾਰ ਚੱਲਦਾ ਜਾਏਗਾ, ਉਹੀ ਬੰਦੇ ਹੋਣਗੇ। ਲੇਕਿਨ ਇਹਦੇ 'ਚ ਕਾਂਗਰਸ ਪਾਰਟੀ ਨੂੰ ਕੀ ਕਰਨਾ ਚਾਹੀਦਾ, ਥੋੜਾ ਡਿਸਪਲਿਨ ਕਰ ਦੇਣ। ਜਿਹੜੇ ਬੰਦਿਆਂ ਤੇ, ਜਿਵੇਂ ਇਹਨਾਂ ਦਾ ਇੱਕ ਬੜਾ ਨਜ਼ਦੀਕੀ ਮੰਤਰੀ ਹੈ ਜਿਹਦੇ ਤੇ ਸੁਪਰੀਮ ਕੋਰਟ ਨੇ ਇਨਕੁਆਇਰੀ ਆਰਡਰ ਕਰਤੀ, ਉਹਨੂੰ ਟਿਕਟ ਕਿਸ ਗੱਲ ਕਰਕੇ ਮਿਲੇ। ਸੋ ਇਹਨਾਂ ਦੇ ਜਿਹੜੇ ਨੇੜੇ ਦੇ ਬੰਦੇ ਜਿਹਦੇ ਤੇ ਛੋਟਾ ਜਿਹਾ ਵੀ ਦਾਗ ਹੈ, ਉਹਨਾਂ ਦੇ ਟਿਕਟ ਕੱਟ ਦਿਓ ਸਾਰਿਆਂ ਦੇ। ਟਿਕਟ ਤੁਸੀਂ ਅੱਛੇ ਬੰਦਿਆਂ ਨੂੰ ਦਿਓ। ਇਹਨਾਂ ਕਹੋ ਜੀ ਚਿਹਰਾ ਤੁਸੀਂ ਰਹੋਗੇ, ਤੁਸੀਂ ਇਲੈਕਟ ਹੋ ਕੇ ਆਓਗੇ, ਲੇਕਿਨ ਟੀਮ ਇਸ ਵੇਲੇ ਹੈੱਡਕੁਆਟਰ ਦੀ ਕਿਸੇ ਬੇਸਿਸ ਤੇ ਜਿਹੜੀ ਫਿਊਚਰ ਦੀ ਟੀਮ ਹੋਣੀ ਹੈ ਜੀ, ਜਿਹੜੀ ਅਗਲੇ 10 ਸਾਲ ਲਈ ਚੱਲ ਸਕਦੀ ਹੈ ਟੀਮ, ਉਹਨਾਂ ਨੂੰ ਤੁਸੀਂ ਲੈ ਕੇ ਆਓ। ਕੀ ਕੇਂਦਰ ਦੀ ਕਾਂਗਰਸੀ ਪਾਰਟੀ 'ਚ ਇੰਨੀ ਸ਼ਕਤੀ ਹੈ? ਨਹੀਂ ਹੈ ਤਾਂ ਫਿਰ ਰਿਸਕ ਲੈਣ, ਦੇਖ ਲੈਣ ਕੀ ਕਰਨਗੇ। ਜਿਹਨੇ ਬਗਾਵਤ ਕਰਨੀ ਕਰ ਲੈਣ, ਸਟੈਂਡ ਤਾਂ ਤੁਹਾਨੂੰ ਲੈਣਾ ਹੀ ਪਏਗਾ। ਜੇ ਐਵੇਂ ਚੱਲਦੇ ਜਾਓਗੇ ਕਿ ਇਲੈਕਸ਼ਨ ਹੀ ਜਿੱਤਣੀ ਹੈ ਪੰਜਾਬ 'ਚ, ਫਿਰ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਇਹ ਬੰਦਿਆਂ ਕੋਲ ਕੋਈ ਨਵਾਂ ਤਰੀਕਾ ਨਹੀਂ ਹੈ, ਨਾ ਜਿਹੜੇ ਰਾਜ ਚਲਾ ਰਹੇ ਹੈ, ਨਾ ਜਿਹੜੇ ਰਾਜ ਭਾਲ ਰਹੇ ਹੈ। ਸੁਖਬੀਰ ਬਾਦਲ ਨੂੰ ਮੈਂ ਇੱਕ ਸਿੱਧੀ ਗੱਲ ਕਹਿਣਾ, ਮੈਂ ਅੱਜ ਉਹਦੀ ਪਾਰਟੀ ਜੁਆਇਨ ਕਰਦਾ, ਸੁਖਬੀਰ ਬਾਦਲ ਦੀ। ਉਹ ਆਪਣੀ ਸਾਰੀਆਂ ਪ੍ਰਾਪਰਟੀਆਂ ਵੇਚ ਕੇ ਟਰਸਟ 'ਚ ਪਾ ਦੇ ਜੀ, ਇੱਕ ਟਰਸਟ 'ਚ ਪਾ ਦੇ। ਮੈਂ ਇਹਨਾਂ ਨੂੰ ਰਨ ਨਹੀਂ ਕਰੂੰਗਾ, ਨਵੀਂ ਪ੍ਰਾਪਰਟੀ ਖਰੀਦੂੰਗਾ ਨਹੀਂ, ਆਹ ਲਿਸਟ ਹੈ। ਔਰ ਮੈਂ ਕੋਈ ਬਿਜ਼ਨਸ ਨਹੀਂ ਚਲਾਉਂਗਾ। ਮੈਂ ਅੱਜ ਉਹਦਾ ਮਰੀਜ਼ ਬਣ ਕੇ ਮੈਨੂੰ ਜਿੱਥੇ ਮਰਜ਼ੀ ਵਰਤ ਲੈ ਜੀ। ਕੀ ਉਹ ਕਰਨ ਨੂੰ ਤਿਆਰ ਹੈ? ਸਵਾਲ ਹੀ ਪੈਦਾ ਨਹੀਂ ਹੁੰਦਾ। ਕੀ ਇਹਨਾਂ ਚੋਂ ਕੋਈ ਵੀ ਤਿਆਰ ਹੈ ਕਰਨ ਨੂੰ? ਕਿ ਮੈਂ ਵਿਦੇਸ਼ਾਂ ਤੋਂ ਜਿਹੜੇ ਬੰਦੇ ਆ ਕੇ ਮੇਰੇ ਘਰ ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਦੇ ਵੀਜ਼ੇ ਕਰਕੇ ਮੈਨੂੰ ਸੈਂਟਰ ਛੁਰੀ ਰੱਖਦਾ ਮੇਰੇ ਗਲੇ ਤੇ, ਮੈਂ ਉਸ ਬੰਦੇ ਨੂੰ ਵਾਪਸ ਨਹੀਂ ਬੁਲਾਉਂਗਾ। ਹੁਣ ਤਾਂ ਭਜਾਤਾ ਹੈ, ਪਰ ਮੈਂ ਉਸ ਬੰਦੇ ਨੂੰ ਵਾਪਸ ਨਹੀਂ ਬੁਲਾਉਂਗਾ ਜਦ ਮੈਂ ਰੀਇਲੈਕਟ ਹੋ ਗਿਆ। ਕੀ ਸਿੱਧੂ ਕਹੇਗਾ ਮੈਂ ਨਾਟਕਬਾਜ਼ੀ ਨਹੀਂ ਕਰੂੰਗਾ ਬੰਬੇ ਜਾ ਕੇ ਮਿਨਿਸਟਰ ਬਣ ਕੇ? ਕਹਿਣ ਨੂੰ ਤਿਆਰ ਹੈ। ਉੱਥੇ ਜਿਹੜਾ ਸਿੱਖਾਂ ਦਾ ਮਜ਼ਾਕ ਉਡਾਉਂਦਾ ਹੈ ਹੱਸ ਕੇ, ਉਹ ਇਹਦਾ ਜੋਕਰ ਬਣਾ ਕੇ ਇਹਨੂੰ ਪੈਸੇ ਦਿੰਦੇ ਹੈ। ਕਿਉਂ ਬੰਬੇ ਜੋਕਰ ਬਣਾਉਂਦਾ ਸਿੱਖਾਂ ਦਾ? ਮੈਨੂੰ ਕਿਉਂ ਨਹੀਂ ਬੁਲਾ ਲੈਂਦੇ? ਹਾਂ, ਮੇਰੀ ਚਿੱਟੀ ਦਾੜੀ ਹੈ, ਸ਼ਕਲ ਤਾਂ ਮਾੜੀ ਨਹੀਂ, ਕਿਉਂਕਿ ਮੈਂ ਸਿਆਣੀ ਗੱਲ ਕਰਨ ਜਾਊਂਗਾ, ਮੈਂ ਹੱਸਣ ਥੋੜੀ ਜਾਊਂਗਾ। ਤੋ ਮਜ਼ਾਕੀਆ ਬਣਾ ਕੇ ਤੁਸੀਂ, ਜੇ ਪੱਟੀ ਜਾਏ ਉਹਦਾ ਮਜ਼ਾਕੀਆ ਬਣਾ ਲਓ, ਜਿਹੜਾ ਸਿੱਖ ਜਾਏ ਉਹਦਾ ਜੋਕਰ ਬਣਾ ਲਓ। ਤੇ ਤੁਸੀਂ ਜੋਕਰ ਬਣਨਾ ਹੈ ਜਾਂ ਤੁਸੀਂ ਰਾਜ ਕਰਨਾ ਹੈ? ਇਹ ਬੰਦੇ ਆਣ ਤੈ ਤੇ ਆਣ ਜੀ, ਆਹ ਕੰਡੀਸ਼ਨਸ ਹੈ, ਆਹ ਸਾਡੀਆਂ ਅੱਜ ਪ੍ਰਾਪਰਟੀਜ਼ ਹੈ। ਇਹਦੇ ਚੋਂ ਜੋ 1 ਕਿੱਲਾ ਵੀ ਵਧਿਆ, ਜੇ ਇਹਦੇ ਚੋਂ 1 ਰੁਪਿਆ ਵੀ ਵਧਿਆ, ਜਦ ਮੈਂ ਤਾਕਤ 'ਚ ਰਿਹਾ, ਉਦੋਂ ਹੀ ਮੈਂ ਅਸਤੀਫਾ ਦੇਵਾਂਗਾ। ਅਸਤੀਫਾ ਦੇ ਕੇ ਪਹਿਲਾਂ ਲਿਖ ਕੇ ਰੱਖਣ। ਗੱਲਾਂ ਮਾਰਦੇ ਸਾਰੇ, ਹਾਂ ਸੌਂ ਚੁੱਕ ਲੈਣਗੇ ਗੁਰਦੁਆਰਾ ਸਾਹਿਬ ਜਾ ਕੇ, ਫੇਰ ਕਹਿਣ ਨਹੀਂ ਆਹ ਜਿਹੜੀ ਸਿੱਖੀ ਦੇ ਅੰਦਰ ਆਈ ਹੈ ਤੋੜੀਆਂ, 2 ਗੁਰਦੁਆਰੇ ਤੁਸੀਂ ਦਲਿਤ ਦਾ ਅਲੱਗ ਬਣਾਤਾ, ਦੂਜਾ ਬਣਾਤਾ, ਇਹਦੇ 'ਚ ਰਿਫਾਰਮ ਕਰੋ, ਸਿੱਖ ਰਿਫਾਰਮ। ਨਹੀਂ ਉਹ ਜੀ ਸਿਰਫ ਬੇਅਦਬੀ ਹੋਈ। ਬੇਅਦਬੀ ਤਾਂ ਇੱਕ ਗੱਲ ਹੈ, ਤੁਸੀਂ ਬੇਅਦਬੀ ਰੋਜ਼ ਕਰਦੇ ਹੋ ਸਿੱਖਾਂ ਦੀ। ਜੇ 2 ਸਿੱਖਾਂ ਨੂੰ ਬਰਾਬਰ ਨਹੀਂ ਗਿਣਦੇ, ਉਹ ਬੇਅਦਬੀ ਵੱਡੀ ਹੈ, ਜਾਂ ਜਿਹੜੀ ਬੇਅਦਬੀ ਤੁਸੀਂ ਕਹਿੰਦੇ ਹੋਈ ਹੈ। ਸੋ ਇਹ ਮੁੱਦੇ ਨੇ, ਬੁਨਿਆਦੀ ਮੁੱਦੇ, ਇਹਨਾਂ ਨੂੰ ਕੋਈ ਚੱਕਣ ਨੂੰ ਤਿਆਰ ਨਹੀਂ। ਜੇ ਇਹ ਇੰਨਾ ਕਹਿਣ ਤੇ ਡਰਦੇ ਨੇ, ਜਦ ਦਿੱਲੀ ਦੇ ਗੁਰਦੁਆਰੇ ਨੇ ਕਹਿਤਾ ਕਿ ਭਾਈ ਮੱਥਾ ਟੇਕਣ ਆਏ ਲੱਗੇ ਮੂੰਹ ਢੱਕ ਲਓ, ਜੇ ਇਹ ਕਹਿੰਦੇ ਆ ਵੀ ਤੁਹਾਨੂੰ ਪਰਹੇਜ਼ ਹੈ, ਫਿਰ ਇਹ ਕਿੱਥੋਂ ਦੀ ਸਿੱਖੀ ਹੈ? ਇਹ ਗੁਰੂ ਨਾਨਕ ਦੇਵ ਜਿਹੜੇ ਇਸ ਸਿੱਖੀ ਨੂੰ ਇੰਨਾ ਅੱਗੇ ਵਧਾ ਕੇ ਇੱਕ ਰੈਵੋਲੂਸ਼ਨਰੀ ਰਿਲੀਜਨ, ਕੀ ਤੁਹਾਨੂੰ ਇਹ ਪਤਾ ਹੈ ਕਿ ਗੁਰੂ ਨਾਨਕ ਦੇਵ ਤੇ ਮਾਰਟਨ ਲੂਥਰ, ਜਿਨ੍ਹਾਂ ਨੇ ਪ੍ਰੋਟੈਸਟੈਂਟਿਜ਼ਮ ਤੇ ਪੋਪ ਨੂੰ ਚੈਲੰਜ ਕੀਤਾ, ਇੱਕੋ ਟਾਈਮ ਤੇ ਸੀਗੇ। ਸਿਰਫ 10-20 ਸਾਲਾਂ ਦਾ ਫਰਕ ਹੈ ਇਹਨਾਂ ਦਾ। ਮਾਰਟਨ ਲੂਥਰ ਨੇ ਉੱਥੇ ਪੋਪ ਦਾ ਮੁਕਾਬਲਾ ਕੀਤਾ। ਗੁਰੂ ਨਾਨਕ ਦੇਵ ਜੀ ਨੇ ਇੱਥੇ ਜਿਹੜੇ ਸਾਰੇ ਕਾਂਡ ਸੀਗੇ ਰਿਲੀਜਨਾਂ ਦੇ, ਉਹਨਾਂ ਨੂੰ ਇਕੱਠੇ ਕਰਕੇ ਕਿਹਾ ਵੀ ਇਹ ਭੇਦਭਾਵ ਗਲਤ ਹੈ, ਇਹ ਰਿਲੀਜਨ ਵਿੱਚ ਸਪਿਰਿਚੁਅਲ, ਇਸਲਾਮ ਦੇ ਵਿੱਚ ਕਿਤੇ ਨਹੀਂ ਲਿਖਿਆ ਜਿਹੜਾ ਤੁਸੀਂ ਕਰ ਰਹੇ ਹੋ। ਹੁਕਮਰਾਨ ਨੂੰ ਉਹਨਾਂ ਨੇ ਚੈਲੰਜ ਕੀਤਾ। ਸੋ ਇਸ ਕਰਕੇ ਇਹ ਸਿੱਖ ਰਿਲੀਜਨ ਹੈ ਜਾਂ ਜਿੱਥੇ ਅਸੀਂ ਪਹੁੰਚ ਗਏ ਹਾਂ, ਇਹ ਤਾਂ ਕੋਈ ਸਵਾਲ ਉਠਾਉਂਦਾ ਨਹੀਂ ਕਿ ਪੰਜਾਬ ਨੇ ਕਿੱਧਰ ਜਾਣਾ, ਕਿਵੇਂ ਜਾਣਾ ਹੈ। ਹਾਂ, ਤਾਕਤ ਚਾਹੀਦੀ ਹੈ ਹਰ ਇੱਕ ਬੰਦੇ ਨੂੰ, ਇਸਤੇਮਾਲ ਕਰਨੀ ਨਹੀਂ ਆਉਂਦੀ, ਲੈ ਕੇ ਫਿਰ ਬੈਠ ਜਾਓ। ਸਰਦਾਰ ਸਾਹਿਬ, ਮੈਂ ਤਾਂ ਸੁਣ ਹੋ ਗਿਆ ਤੁਹਾਡੀਆਂ ਗੱਲਾਂ ਸੁਣ ਕੇ। ਆਖਰ ਦੇ ਵਿੱਚ ਜਿਵੇਂ ਤੁਸੀਂ ਪੰਜਾਬ ਦੀ ਤਸਵੀਰ ਚਿੱਤਰੀ ਹੈ, ਤੁਹਾਡੇ ਰਿਣੀ ਹੈ ਕਿ ਤੁਸੀਂ ਦਿਲ 'ਚ ਦਰਦ ਪਾਲਦੇ ਹੋ, ਲਫ਼ਜ਼ ਵੀ ਤੁਹਾਡੇ ਕੋਲ ਹੈਗੇ ਆ। ਤੁਹਾਡੇ ਵਰਗੇ ਲੋਕ ਜੇ ਪੰਜਾਬ ਨੂੰ ਇਸ ਮੁਸ਼ਕਲ ਹਾਲਾਤ ਚੋਂ ਕੱਢਣ ਲਈ ਐਦ ਲੈਣ ਤਾਂ ਕੁਝ ਵਾਪਰਦਾ ਦਿਸਦਾ ਹੈ।
ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿ ਸਾਡੇ ਕੋਲ ਨਾ ਕੋਈ ਲੀਡਰ ਹੈ, ਨਾ ਇਹ ਖੜਾ ਕਿਸੇ ਤੋਂ ਭਰ ਹੋਣਾ ਹੈ, ਨਾ ਕਿਸੇ ਕੋਲ ਵਿਜ਼ਨ ਹੈ। ਅਸੀਂ ਤੁਰਨਾ ਹੈ ਤਾਂ ਇਹਨਾਂ ਰਾਹਾਂ ਤੇ ਸ਼ਾਇਦ ਬਰਬਾਦੀ ਦੇ ਰਾਹ ਨੇ, ਔਰ ਬਰਬਾਦੀ ਦੇ ਰਾਹਾਂ ਤੇ ਸਿਰਫ ਅਸੀਂ ਲਾਸ਼ਾਂ ਵਰਗੇ ਹੋ ਗਏ ਹਾਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।